ਅੱਜ ਸਾਡੇ ਨਾਲ ਸੁਨੀਲ ਮੌਜੂਦ ਨੇ। ਸੁਨੀਲ ਜਿਨ੍ਹਾਂ ਦੇ ਨਾਲ ਇੱਕ ਹਾਦਸਾ ਹੁੰਦਾ ਹੈ, ਕਰੰਟ ਲੱਗਦਾ ਹੈ ਤੇ ਉਸ ਕਰੰਟ ਲੱਗਣ ਦੇ ਕਾਰਨ ਹਾਦਸੇ ਦੇ ਨਾਲ ਜਿਹੜੀ ਆ ਉਸ ਹਾਦਸੇ ਦੇ ਵਿੱਚ ਸੁਨੀਲ ਦੀਆਂ ਦੋਨੋਂ ਬਾਹਾਂ ਚਲੀਆਂ ਜਾਂਦੀਆਂ ਨੇ। ਮਾਂ-ਬਾਪ ਇਲਾਜ ਕਰਾਉਣ ਦੀ ਬਜਾਏ ਹਸਪਤਾਲ ਦੇ ਵਿੱਚ ਸੁਨੀਲ ਨੂੰ ਛੱਡ ਦਿੰਦੇ ਨੇ, ਪਰ ਉਹ ਕਹਿੰਦੇ ਨੇ ਕਿ ਪਰਮਾਤਮਾ ਦਾ ਹੱਥ ਜਿਸ ਦੇ ਸਿਰ ਤੇ ਹੁੰਦਾ ਨਾ ਤਾਂ ਉਹ ਹਰ ਇੱਕ ਚੀਜ਼ ਨੂੰ ਅਚੀਵ ਕਰ ਲੈਂਦਾ ਹੈ। ਜਦੋਂ ਹੋਸ਼ ਆਉਂਦੀ ਆ ਉਦੋਂ ਕੀ ਫੀਲ ਹੁੰਦਾ ਹੈ ਤੇ ਤੁਹਾਨੂੰ ਪਤਾ ਲੱਗਦਾ ਜਦੋਂ ਵੀ ਹੈ ਨਾ ਪੇਰੈਂਟਸ ਇੱਥੇ ਛੱਡ ਕੇ ਚਲੇ ਗਏ ਤੇ ਹੁਣ ਮੇਰੀਆਂ ਦੋਨੇ ਬਾਹਾਂ ਵੀ ਨਹੀਂ ਆ ਤੇ ਖਿਆਲ ਆਇਆ ਸੀ ਮਨ 'ਚ ਕਿ ਅੱਗੇ ਕੀ ਕਰੂੰਗਾ। जिस टाइम मुझे उनकी ज़रूरत थी तो उन्होंने मेरे को उस टाइम छोड़ दिया। अभी इतना काबिल हो गया हूँ कि मैं खुद डिपेंड हूँ अपने ऊपर, तो मेरे को मतलब उनकी अब वैसी ज़रूरत भी नहीं है मेरे को। पेंटिंग्स ਤੁਹਾਡੀਆਂ ਰੱਖੀਆਂ ਹੋਈਆਂ ਨੇ, ਦੇਖ ਕੇ ਲੱਗਦਾ ਨਹੀਂ ਹੈ ਕਿ ਇਹ ਤੁਸੀਂ ਆਪਣੇ ਪੈਰਾਂ ਨਾਲ ਬਣਾਈਆਂ ਹੋਣਗੀਆਂ, ਜਿਵੇਂ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੀ ਹੈ ਨਾ ਪਰਫੈਕਸ਼ਨ ਦੇ ਨਾਲ ਕੀਤੀ ਹੋਈ ਆ। ਇੱਦਾਂ ਸਫਾਈ ਮੋਸਟਲੀ ਜੇਕਰ ਆਪਾਂ ਕਰੀਏ ਤਾਂ ਸਾਡੇ ਕੋਲ ਹੱਥਾਂ ਨਾਲ ਵੀ ਨਹੀਂ ਹੁੰਦੀ ਤੇ ਤੁਸੀਂ ਬਹੁਤ ਸੋਹਣਾ ਕਰ ਲੈਂਦੇ ਹੋ। ਕਿਵੇਂ ਇਹ ਜਜ਼ਬਾ ਆਇਆ ਸੀਗਾ ਕਰਨ ਦਾ? ਜਦੋਂ ਪਹਿਲੀ ਵਾਰੀ ਕੀਤੀ ਸੀਗੀ ਟਾਈਮ ਲੱਗਾ ਸੀ ਉਦੋਂ ਬਣਾਉਣ ਲੱਗਿਆ? कहते हैं कि दोनों हाथ का होना बहुत ज़रूरी है, तो मैं भी हूँ जो अपने पैर से दोनों हाथ ना होने के बावजूद भी पैरों से हर काम कर लेता हूँ। पेंटिंग कर लेता हूँ, पियानो बजा लेता हूँ, लैपटॉप कंप्यूटर और कैरम बोर्ड खेल लेता हूँ, चेस, हर चीज़ मतलब कर लेता हूँ। हाथ ना होने के बावजूद भी देखो इतना कुछ कर लेता हूँ मैं, तो मैं उन लोगों को सिर्फ यही कहूँगा कि वो तो बहाने होते हैं कुछ ना करने के। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਤੁਹਾਨੂੰ ਇੱਕ ਜ਼ਿੰਦਾ ਦਿਲ ਰੂਹ ਦੇ ਨਾਲ ਮਿਲਵਾਉਣ ਜਾ ਰਹੇ ਹਾਂ। ਜ਼ਿੰਦਾ ਦਿਲ ਰੂਹ ਕਿਉਂ ਕਹਿ ਰਹੀ ਹਾਂ, ਉਹਦੇ ਪਿੱਛੇ ਕਾਰਨ ਹੈ। ਅੱਜ ਸਾਡੇ ਨਾਲ ਸੁਨੀਲ ਮੌਜੂਦ ਨੇ। ਸੁਨੀਲ ਜਿਨ੍ਹਾਂ ਦੇ ਨਾਲ ਇੱਕ ਹਾਦਸਾ ਹੁੰਦਾ ਹੈ, ਕਰੰਟ ਲੱਗਦਾ ਹੈ ਤੇ ਉਸ ਕਰੰਟ ਲੱਗਣ ਦੇ ਕਾਰਨ ਹਾਦਸੇ ਦੇ ਨਾਲ ਜਿਹੜੀ ਹੈ ਉਸ ਹਾਦਸੇ ਦੇ ਵਿੱਚ ਸੁਨੀਲ ਦੀਆਂ ਦੋਨੋਂ ਬਾਹਾਂ ਚਲੀਆਂ ਜਾਂਦੀਆਂ ਨੇ। ਮਾਂ-ਬਾਪ ਇਲਾਜ ਕਰਾਉਣ ਦੀ ਬਜਾਏ ਹਸਪਤਾਲ ਦੇ ਵਿੱਚ ਸੁਨੀਲ ਨੂੰ ਛੱਡ ਦਿੰਦੇ ਨੇ, ਪਰ ਉਹ ਕਹਿੰਦੇ ਨੇ ਕਿ ਪਰਮਾਤਮਾ ਦਾ ਹੱਥ ਜਿਸ ਦੇ ਸਿਰ ਤੇ ਹੁੰਦਾ ਨਾ ਤਾਂ ਉਹ ਹਰ ਇੱਕ ਚੀਜ਼ ਨੂੰ ਅਚੀਵ ਕਰ ਲੈਂਦਾ ਆ, ਸਭ ਕੁਝ ਪ੍ਰਾਪਤ ਕਰ ਲੈਂਦਾ। ਪਰਮਾਤਮਾ ਨੇ ਉਸ ਬੱਚੇ ਦੀ ਜਾਨ ਜਿਹੜੀ ਆ ਉਹ ਬਚਾ ਦਿੱਤੀ, ਬਖਸ਼ੀ, ਪਰ ਦੋਨੋਂ ਬਾਹਾਂ ਜਿਹੜੀਆਂ ਆ ਸੁਨੀਲ ਦੀਆਂ ਉਹ ਨਹੀਂ ਰਹੀਆਂ। ਸੁਨੀਲ ਨੇ ਹਿੰਮਤ ਨਹੀਂ ਹਾਰੀ ਤੇ ਪੂਰੇ ਜਜ਼ਬੇ ਦੇ ਨਾਲ ਆਪਣੇ ਆਪ ਨੂੰ ਪੈਰਾਂ 'ਤੇ ਸਟੈਂਡ ਕੀਤਾ, ਪੜ੍ਹਾਈ ਲਿਖਾਈ ਕੀਤੀ, ਅੱਜ ਜੋਬ ਵੀ ਕਰਦੇ ਨੇ ਤੇ ਸਾਡੇ ਨਾਲ ਮੌਜੂਦ ਨੇ। ਤੇ ਇੱਕ ਹੋਰ ਬਹੁਤ ਸੋਹਣੀ ਗੱਲ ਹੈ, ਇਹ ਬਹੁਤ ਸੋਹਣੀ ਆਰਟ ਕਰਦੇ ਨੇ ਤੇ ਉਹ ਆਰਟ ਇਹ ਪੈਰਾਂ ਦੇ ਨਾਲ ਕਰਦੇ ਨੇ। ਗੱਲਬਾਤ ਕਰਾਂਗੇ ਸੁਨੀਲ ਦੇ ਨਾਲ ਤੇ ਕੋਸ਼ਿਸ਼ ਰਹੇਗੀ ਕਿ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਲਈ ਮੋਟੀਵੇਸ਼ਨਲ ਸਾਬਿਤ ਹੋ ਸਕੇ, ਤੁਸੀਂ ਇਸ ਕਹਾਣੀ ਤੋਂ ਜ਼ਰੂਰ ਕੁਝ ਨਾ ਕੁਝ ਸਿੱਖ ਸਕੋ। ਸੁਨੀਲ, ਬਹੁਤ ਬਹੁਤ ਸਵਾਗਤ ਹੈ। थैंक यू मैम। ਬਹੁਤ ਕੁਝ ਹੋਇਆ ਜ਼ਿੰਦਗੀ ਦੇ ਵਿੱਚ, ਹਾਦਸਾ ਵਾਪਰਦਾ ਆ ਜਦੋਂ ਮਾਂ ਪਿਓ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਆ। ਉਸ ਸਮੇਂ ਦੇ ਵਿੱਚ ਮਾਂ ਬਾਪ ਨੇ ਸਾਥ ਛੱਡ ਦਿੱਤਾ, ਹਸਪਤਾਲ ਛੱਡ ਕੇ ਤੁਹਾਨੂੰ ਚਲੇ ਗਏ। ਕੀ ਹੋਇਆ ਸੀਗਾ? मैम जब मैं 5 साल का था तो मेरे को बिजली का शौक़ लगा और उसके बाद मेरे पेरेंट्स ने मुझे पीजीआई में दाखिल करवाया और वहाँ छोड़ के चले गए। तो वहाँ पर जो डॉक्टर थे उन्होंने मेरा इलाज किया और यहाँ साकेत के डायरेक्टर होने के वजह से उन्होंने मेरे को यहाँ पर एडमिट करवाया, जो कि यहाँ पर एक साकेत हाई स्कूल के नाम से ये संस्था थी हैंडीकैप बच्चों की, और स्कूल में एडमिट करवाया मेरे को और यहीं से मैंने पढ़ाई लिखाई शुरू की। ਜਦੋਂ ਹਾਦਸਾ ਹੁੰਦਾ ਆ, ਹਸਪੀਟਲ ਪਹੁੰਚਦੇ ਹੋ ਹੈ ਨਾ, ਤੇ ਬਾਹਾਂ ਪਹਿਲਾਂ ਹੀ ਨਹੀਂ ਸੀਗੀਆਂ ਤੇ ਜੋ ਬਾਂਹ ਤੁਹਾਡੀ ਸੱਜੀ ਤੇ ਖੱਬੀ ਤੁਹਾਡੇ ਮਾਪੇ ਹੁੰਦੇ ਆ ਉਹ ਵੀ ਨਾਲ ਨਹੀਂ ਸੀਗੇ ਤੁਹਾਡੇ। ਫਿਰ ਜਦੋਂ ਹੋਸ਼ ਆਉਂਦੀ ਆ ਉਦੋਂ ਕੀ ਫੀਲ ਹੁੰਦਾ ਹੈ ਤੇ ਤੁਹਾਨੂੰ ਪਤਾ ਲੱਗਦਾ ਜਦੋਂ ਵੀ ਹੈ ਨਾ ਪੇਰੈਂਟਸ ਇੱਥੇ ਛੱਡ ਕੇ ਚਲੇ ਗਏ ਤੇ ਹੁਣ ਮੇਰੀਆਂ ਦੋਨੇ ਬਾਹਾਂ ਵੀ ਨਹੀਂ ਆ ਤੇ ਖਿਆਲ ਆਇਆ ਸੀ ਮਨ 'ਚ ਕਿ ਅੱਗੇ ਕੀ ਕਰੂੰਗਾ? नहीं, उस टाइम काफ़ी छोटा था मैं, तो छोटे में ऐसा कुछ मतलब आया नहीं कि बस, क्योंकि जहाँ मैं मेरे
जहाँ मेरा इलाज चल रहा था, तो वहाँ के जो वर्कर्स थे उन्होंने इतना मेरा ध्यान रखा कि पेरेंट्स का मतलब फ़ील होने नहीं दिया उन्होंने। और उसके बाद वहाँ से जब मैं यहाँ पर आया, यहाँ पर ऑलरेडी 70-80 बच्चे पढ़ाई पढ़ाई करते थे यहाँ पर, जो कि कुछ मेरे जैसे ही बच्चे थे जो हैंडीकैप थे पैरों से, हाथ से। तो वो लोग, उन लोगों के बीच में मैं पला बड़ा, और उनके साथ ही मिलके मतलब स्टडी करी, तो एहसास नहीं हुआ कि भाई पेरेंट्स का बिल्कुल एहसास नहीं हुआ। तो काफ़ी टाइम बाद मेरे को मतलब पेरेंट्स का मुझे कभी पता ही नहीं चला मेरे को। ਜਦੋਂ ਤੁਸੀਂ ਇੱਥੇ ਆ ਗਏ ਹਸਪੀਟਲ ਤੋਂ, ਉਸ ਤੋਂ ਬਾਅਦ ਕਦੀ ਆਏ ਪੇਰੈਂਟਸ, ਕਦੀ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਤੁਹਾਨੂੰ? नहीं, कुछ पता नहीं वो लोग आए भी होंगे या नहीं, लेकिन उस टाइम मैं काफ़ी छोटा था तो मुझे मालूम नहीं कि उन्होंने मेरे को ढूंढने की कोशिश की या नहीं। ਜਦੋਂ ਇੱਥੇ ਆਉਂਦੇ ਹੋ, ਇੱਥੋਂ ਦੇ ਲੋਕਾਂ ਨੇ, ਇੱਥੋਂ ਦੇ ਜਿਹੜੇ ਤੁਹਾਡੇ ਨਾਲ ਤੁਹਾਡੇ ਸਾਥੀ ਆ, ਉਹਨਾਂ ਨੇ ਤੁਹਾਨੂੰ ਬੇਸ਼ੱਕ ਮਹਿਸੂਸ ਨਹੀਂ ਹੋਣ ਦਿੱਤਾ, ਪਰ ਕਈ ਵਾਰੀ ਆਪਣੇ ਆਪ ਨੂੰ ਕਮੀ ਮਹਿਸੂਸ ਹੁੰਦੀ ਹੈ ਵੀ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਉਹ ਕਿੱਥੇ ਆ। ਤੁਸੀਂ ਕਦੀ ਲੱਭਣ ਦੀ ਕੋਸ਼ਿਸ਼ ਕੀਤੀ? नहीं, मेरे को उनके बारे में कुछ पता नहीं, जिससे कि मैं कोशिश करता हूँ उन्हें ढूंढने की। लेकिन अगर मेरे मानने से ये है कि जिस टाइम मुझे उनकी ज़रूरत थी तो उन्होंने मेरे को उस टाइम छोड़ दिया, तो फिर अब मैं मतलब अभी इतना काबिल हो गया हूँ कि मैं खुद डिपेंड हूँ अपने ऊपर। तो मेरे को मतलब उनकी अब वैसी ज़रूरत भी नहीं है मेरे को। ਅਸੀਂ ਮੋਸਟਲੀ ਇਹ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਆ ਜਦੋਂ ਕੁਝ ਵੀ ਹੁੰਦਾ ਆ ਤਾਂ ਹਿੰਮਤ ਟੁੱਟ ਜਾਂਦੀ ਆ, ਤਾਂ ਅਸੀਂ ਐਫਰਟਸ ਕਰਨੇ ਛੱਡ ਦਿੰਦੇ ਹਾਂ। ਕੋਈ ਵੀ ਕੰਮ ਹੋਵੇ ਅਸੀਂ ਸੋਚਦੇ ਹਾਂ ਕਿ ਮੇਰੇ ਨਾਲ ਤਾਂ ਇੰਨਾ ਕੁਛ ਹੋ ਗਿਆ, ਮੇਰੇ ਕੋਲ ਆਹ ਚੀਜ਼ਾਂ ਨਹੀਂ ਹੈਗੀਆਂ, ਮੈਂ ਆਹ ਚੀਜ਼ਾਂ ਨਹੀਂ ਕਰ ਸਕਦਾ। ਜੇ ਸਾਡੇ ਕੋਲ ਕੋਈ ਵੀ ਕਮੀ ਹੈ ਤਾਂ ਕੋਈ ਮੰਜ਼ਿਲ ਪ੍ਰਾਪਤ ਕਰਨ ਲਈ ਅਸੀਂ ਉਹ ਚੀਜ਼ਾਂ ਨੂੰ ਬਹਾਨੇ ਬਣਾ ਲੈਂਦੇ ਹਾਂ। ਤੁਹਾਡੇ ਕੋਲੋਂ ਪਰਮਾਤਮਾ ਨੇ ਹੱਥਾਂ ਦੇ ਨਾਲ ਮੋਸਟਲੀ ਅਸੀਂ ਸਾਰਾ ਕੰਮ ਕਰਨਾ ਹੁੰਦਾ, ਪੜ੍ਹਨ ਲਿਖਣ ਤੋਂ ਲੈ ਕੇ ਅਗਰ ਅਸੀਂ ਜੋਬ ਵੀ ਕਰਦੇ ਹਾਂ, ਅਤੇ ਬਾਹਾਂ ਦੋਨੇ ਖੋਲ੍ਹੀਆਂ ਪਰਮਾਤਮਾ ਨੇ। ਉਦੋਂ ਦਿਲ 'ਚ ਆਇਆ ਕਿ ਅੱਗੇ ਕੀ ਕਰੂੰਗਾ, ਪੜ੍ਹੂੰਗਾ ਕਿੱਦਾਂ, ਕਾਬਿਲ ਕਿੱਦਾਂ ਬਣੂੰਗਾ। ਹਾਲਾਂਕਿ ਤੁਸੀਂ ਅੱਜ ਇੱਕ ਮੁਕਾਮ ਸੈੱਟ ਕੀਤਾ ਹੋਇਆ, ਜੋਬ ਵੀ ਕਰਦੇ ਹੋ, ਬਹੁਤ ਸੋਹਣੀ ਆਰਟ ਵੀ ਕਰਦੇ ਹੋ। जी देखो, मैं सिर्फ उन लोगों को इतना कहना चाहूँगा कि अगर भगवान कुछ लेता है तो उसके बदले काफ़ी कुछ देता भी है। और जिन लोगों ने अगर कुछ नहीं करना और मतलब ठान लिया कि कुछ करना ही नहीं, तो वो तो देखो उनके पास चाहे जितना मर्जी टैलेंट हो या कुछ हो, वो फिर किसी काम नहीं रहता। अब मेरे दोनों हाथ कहते हैं कि दोनों हाथ का होना बहुत ज़रूरी है, तो मैं भी हूँ जो अपने पैर से, दोनों हाथ ना होने के बावजूद भी पैरों से हर काम कर लेता हूँ। पेंटिंग कर लेता हूँ, पियानो बजा लेता हूँ, लैपटॉप, कंप्यूटर और कैरम बोर्ड खेल लेता हूँ, चेस, हर चीज़ मतलब कर लेता हूँ। और कई बार ऐसा होता है कि अकेले होने के बाद भी खाना भी खा लेते हैं। तो हाथ ना होने के बावजूद भी देखो इतना कुछ कर लेता हूँ मैं। तो मैं उन लोगों को सिर्फ यही कहूँगा कि वो तो बहाने होते हैं कुछ ना करने के। ਕਦੀ ਜ਼ਿੰਦਗੀ 'ਚ ਇੱਦਾਂ ਦਾ ਮੂਮੈਂਟ ਆਇਆ ਕਿ ਮਹਿਸੂਸ ਕੀਤਾ ਹੋਵੇ ਕਿ ਅੱਜ ਮੇਰੀਆਂ ਬਾਹਾਂ ਹੁੰਦੀਆਂ ਤਾਂ ਮੈਨੂੰ ਸਹਾਰਾ ਨਹੀਂ ਲੈਣਾ ਪੈਣਾ ਸੀ ਕਿਸੇ ਦਾ? ਕਦੀ ਇੱਦਾਂ ਦਾ ਕੁਛ ਹੋਇਆ? जी वैसे देखो, अगर ऐसा कुछ होता कि बाजू होती, शायद मैं मतलब आप कैमरे के आगे मैं इस तरीके से अपने बारे में ना बता, अपॉर्चुनिटी शायद ना होती मेरे पास। वैसे कुछ पता नहीं जो मेरे पेरेंट्स थे कैसे थे, गरीब परिवार से थे या कुछ, तो शायद मैं इस मतलब मुकाम तक ना होता अगर मेरे दोनों हाथ होते। तो आज मैं हूँ कुछ टैलेंट की वजह से ही मेरे को लोग मेरे से मिलते हैं, मेरे बारे में पूछते हैं। तो ਸੁਨੀਲ, ਬਹੁਤ ਵੱਡੀ ਮਿਸਾਲ ਹੋ ਤੁਸੀਂ ਬਹੁਤ ਸਾਰੇ ਲੋਕਾਂ ਦੇ ਲਈ, ਜਿਨ੍ਹਾਂ ਦੇ ਹੱਥ ਪੈਰ ਸਲਾਮਤ ਨੇ ਉਹਨਾਂ ਲਈ ਵੀ ਵੱਡੀ ਮਿਸਾਲ ਹੋ, ਅਤੇ ਜਿਨ੍ਹਾਂ ਨੂੰ ਪਰਮਾਤਮਾ ਨੇ ਕੋਈ ਨਾ ਕੋਈ ਕਮੀ ਰੱਖੀ ਉਹਨਾਂ ਲਈ ਵੀ ਬਹੁਤ ਵੱਡੀ ਮਿਸਾਲ ਹੋ। ਬਹੁਤ ਸੋਹਣੀ ਪੇਂਟਿੰਗ ਕਰਦੇ ਹੋ, ਆਪਾਂ ਪਿੱਛੇ ਪੇਂਟਿੰਗਸ ਤੁਹਾਡੀਆਂ ਰੱਖੀਆਂ ਹੋਈਆਂ ਨੇ, ਦੇਖ ਕੇ ਲੱਗਦਾ ਨਹੀਂ ਹੈ ਕਿ ਇਹ ਤੁਸੀਂ ਆਪਣੇ ਪੈਰਾਂ ਨਾਲ ਬਣਾਈਆਂ ਹੋਣਗੀਆਂ। ਸੋ ਕਿੱਦਾਂ ਇਹ ਪੇਂਟਿੰਗਸ ਬਣਾਉਣ ਦਾ ਜਿਹੜਾ ਅੰਦਰੋਂ ਤੁਹਾਨੂੰ ਸ਼ੌਂਕ ਸੀਗਾ ਉਹ ਕਿਵੇਂ ਜਾਗਿਆ ਸੀਗਾ? मैंने फर्स्ट एग्जीबिशन लगाया था क्रिएटिव कर्मा, जो कि चंडीगढ़ में ना शंकर स्टूडियो के नाम से है।
उनके साथ मैंने फर्स्ट एग्जीबिशन लगाया था जिसमें मैंने 2 पेंटिंग लगाई थी, डिस्प्ले करी थी। तो लोगों को मेरी पेंटिंग इतनी पसंद आई कि फर्स्ट डे ही मेरी दोनों पेंटिंग सेल होगी। तो उस दिन से मैं हर साल उनके साथ एग्जीबिशन लगाता हूँ। तो ऐसे ही एक एनजीओ के साथ मैं जुड़ा था जो मुंबई की है, वो माउथ एंड फुट आर्टिस्ट के जैसी ही कंपनी है। तो उनके साथ मैं लगा था। अभी पिछले लॉकडाउन से पहले मैं मुंबई, हैदराबाद, चेन्नई, बेंगलोर ऐसी ऐसी जगह पे विज़िट करके आया हूँ। और वहाँ पर ऐसा होता था, हमारे जैसी और आर्टिस्ट थे जो कि कोई मुंह से बनाता था, कोई पैर से, तो कोई हैंडीकैप वैसे फिज़िकली था, लेकिन वो हाथ उनके ठीक थे तो वो उनसे बनाते थे। तो उनके साथ उनमें मैं भी था एक। तो हम लोगों ने की पेंटिंग्स इकट्ठी करके जगह बड़े बड़े कॉरपोरेट वगैरह वहाँ पर हम लाइव डिस्प्ले करते थे। पेंटिंग्स लगी होती थी, हम ड्रॉ करते थे, तो लोग आते थे तो उनको हमारी पेंटिंग जब पसंद आती थी तो वो हमसे परचेज़ करते थे। तो ऐसी ऐसी जगह पे जब मेरे को लगा कि हमारी पेंटिंग्स इतनी पसंद करते तो मैंने इनको एज अ काम के साथ साथ पार्ट टाइम भी ऐसा पेंटिंग करना शुरू किया। ਬਹੁਤ ਸੋਹਣੇ ਡਿਜ਼ਾਈਨ ਬਣਾਏ ਨੇ। ਇਹ ਡਿਜ਼ਾਈਨ ਤੁਸੀਂ ਆਪ ਸੋਚਦੇ ਹੋ ਜਾਂ ਦੇਖ ਕੇ ਬਣਾਉਂਦੇ ਹੋ? अभी तो फ़िलहाल देख के बनाते हैं। कोशिश करते हैं बिना देखे बनाने की, लेकिन नहीं हो पाता उतना। ਕ੍ਰੀਏਟਿਵ ਕਰਨ ਦੀ ਕੋਸ਼ਿਸ਼ ਕਰਦੇ ਹੋ ਆਪਣੇ ਵੱਲੋਂ, ਹੋਰ ਚੀਜ਼ਾਂ ਐਡ ਔਨ ਕਰਕੇ? ਜਿੱਦਾਂ ਆਪਾਂ ਕਈ ਵਾਰੀ ਕੋਈ ਪਿਕਚਰ ਬਣਾਉਂਦੇ ਆ, ਦੇਖ ਕੇ ਬਣਾਉਂਦੇ, ਪਰ ਉਹਦੇ ਵਿੱਚ ਆਪਣੀਆਂ ਐਫਰਟਸ ਜਿਹੜੇ ਉਹ ਲਗਾ ਦਿੰਦੇ, ਉਵੇਂ ਵੀ ਕਰਦੇ ਹੋ? जी बिल्कुल जी। कुछ कुछ पेंटिंग्स है मेरे पास जो मतलब उस पेंटिंग को देख के वैसे बनाई है, लेकिन उनके अंदर कुछ मतलब थोड़ा बहुत डिफरेंस रह जाता है तो नहीं पता लगता, तो अपनी तरफ से उसमें ऐड कर देते हैं। ਜੋਬ ਵੀ ਕਰਦੇ ਹੋ ਤੇ ਫਿਰ पेंटिंग्स ਬਣਾਉਣ ਲਈ ਵਕਤ ਮਿਲ ਜਾਂਦਾ ਤੁਹਾਨੂੰ? मेरे पास सैटरडे संडे ही होता है बनाने के लिए, तो 2-3 घंटे डेली, मतलब जब भी टाइम लगता है 2-3 घंटे लगाता हूँ इस पे पेंटिंग्स के लिए। अधिकतर मेरे पास ज़्यादातर ऑर्डर आते हैं, मिले होते हैं मेरे को पेंटिंग्स के लिए। तो काफ़ी हमारे ऑफिस में भी कई बड़े बड़े अफसर हैं जो उन्होंने परचेज़ करी है मेरी पेंटिंग्स को। ਬਾਹਾਂ ਨਹੀਂ ਹੈਗੀਆਂ ਹੈ ਨਾ, ਬੜਾ ਟਾਈਮ ਹੋ ਗਿਆ ਤੁਹਾਨੂੰ ਇੱਦਾਂ, ਜਦੋਂ ਵੀ ਤੁਹਾਡੇ ਨਾਲ ਦੁਰਘਟਨਾ ਹੋਈ ਸੀ, ਐਕਸੀਡੈਂਟ ਹੋਇਆ ਸੀਗਾ, ਤਾਂ ਬਾਹਾਂ ਚਲੇ ਗਈਆਂ। ਉਹ ਤੋਂ ਬਾਅਦ ਤੁਸੀਂ ਆਪਣੇ ਪੈਰਾਂ ਨਾਲ ਹੀ ਕੰਮ ਕੀਤਾ। ਕਦੀ ਪਰਮਾਤਮਾ ਨਾਲ ਸ਼ਿਕਵਾ ਕੀਤਾ ਇਸ ਗੱਲ ਦਾ ਕਿ ਜੇ ਬਾਈ ਬਰਥ ਮੈਨੂੰ ਬਾਹਾਂ ਮਿਲੀਆਂ ਸੀ ਤੇ ਫਿਰ ਬਾਅਦ 'ਚੋਂ ਨਾ ਖਵਾਉਂਦਾ ਪਰਮਾਤਮਾ? नहीं, कभी ऐसा लगा नहीं मेरे को। ਨਹੀਂ ਕਦੀ ਮਹਿਸੂਸ ਹੋਇਆ? नहीं महसूस। ਮੈਂ ਚਾਹੁੰਦੀ ਕਿ ਇੱਕ ਵਾਰ ਤੁਸੀਂ ਕੈਮਰੇ 'ਤੇ ਪੇਂਟਿੰਗ ਕਰੋ, ਜਿਵੇਂ ਤੁਸੀਂ ਪੈਰਾਂ ਦੇ ਨਾਲ ਕਰਦੇ ਹੋ ਉਵੇਂ ਬਣਾ ਕੇ ਦਿਖਾਓ। ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦਿਖਾਈਏ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਬਾਹਾਂ ਨਹੀਂ ਆ, ਪਰ ਫਿਰ ਵੀ ਆਪਣੀ ਹਿੰਮਤ ਜਿਹੜੀ ਆ ਉਹ ਨਹੀਂ ਹਾਰੀ। ਇਹ ਕਿਹਦੀ पेंटिंग ਤੁਸੀਂ ਕਿਹੜੀ ਬਣਾ ਰਹੇ ਹੋ? ये गणेशा की पेंटिंग है। ये किसी एक है हमारे सर, उन्होंने मेरे को ऑर्डर पे बोला है बनाने के लिए, तो ये पेंटिंग्स उनके लिए बना रहे हैं। ਅੱਛਾ, ਇਹ ਆਰਡਰ ਤੇ ਆਈ ਹੈ जी। ਫਿਰ ਇੱਕ पेंटिंग ਕਿੰਨੇ ਦੀ ਸੇਲ ਕਰਦੇ ਹੋ? वो एक्चुअली मैं वैसे जो एग्जीबिशंस में लगाते हैं हम 3000, 2000, 4000। अभी जो लास्ट एग्जीबिशन था उसमें 2 पेंटिंग लगाई थी 4500 की, तो दोनों ही सेल होगी थी, एक ही ऑफिस वाली। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਵੀਰ ਜੀ ਆਪਣੇ ਪੈਰਾਂ ਦੇ ਨਾਲ ਪੇਂਟਿੰਗ ਕਰਦੇ ਆ। ਕਲਰ, ਹਰ ਇੱਕ ਚੀਜ਼, ਛੋਟਾ ਛੋਟਾ ਕੰਮ, ਜੇ ਟੈਬ ਦੇ ਵਿੱਚੋਂ ਫੋਟੋ ਵੀ ਕੱਢਣੀ ਹੈ ਤਾਂ ਇਹਨਾਂ ਨੇ ਆਪਣੇ ਪੈਰਾਂ ਦੇ ਅੰਗੂਠੇ ਦੇ ਨਾਲ ਜਿਹੜੇ ਹੈਗਾ ਟੈਬ ਖੋਲ੍ਹ ਕੇ ਦੇ ਵਿੱਚੋਂ ਕੱਢੀ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣੀ ਪੇਂਟਿੰਗ ਹਲੇ ਅਧੂਰੀ ਆ, ਬਟ ਪਤਾ ਲੱਗ ਰਿਹਾ ਹੈ ਪੇਂਟਿੰਗ ਜਿਹੜੀ ਬਣਾਈ ਹੋਈ ਆ ਕਿਸ ਚੀਜ਼ ਦੀ ਬਣਾ ਰਹੇ ਆ। ਤਾਂ ਇਹ ਕੰਮ ਜਿਹੜਾ ਹੈਗਾ ਆਪਾਂ ਇਹਨਾਂ ਤੋਂ ਕਰਵਾਵਾਂਗੇ, ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਵੀਰ ਜੀ ਪੇਂਟਿੰਗ ਬਣਾਉਂਦੇ ਨੇ। ਫਿਰ पेंटिंग ਜਦੋਂ ਆਪਾਂ ਬਣਾਉਂਦੇ ਹਾਂ ਤਾਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਦੀ ਜਿਹੜੀ ਹੈਗੀ ਆ ਧਿਆਨ ਰੱਖਣਾ ਪੈਂਦਾ, ਬੜੀ ਬਾਰੀਕੀ ਦੇ ਨਾਲ, ਬਾਰੀਕੀ ਦਾ ਕੰਮ ਹੈ ਨਾ ਇਹ? बिल्कुल जी। सबसे पहले तो पेंटिंग बनाते हुए, जैसे अब मैंने कई आर्टिस्ट ऐसे देखे हैं जो पैर से पेंटिंग करते हैं, लेकिन उनके काम में सफाई नहीं रहती, तो सफाई का भी सबसे ज़्यादा ध्यान रखना पड़ता है।
ਜਿਵੇਂ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੀ ਹੈ ਨਾ ਪਰਫੈਕਸ਼ਨ ਦੇ ਨਾਲ ਕੀਤੀ ਹੋਈ ਆ। ਇੱਦਾਂ ਸਫਾਈ ਮੋਸਟਲੀ ਜੇਕਰ ਆਪਾਂ ਕਰੀਏ ਤਾਂ ਸਾਡੇ ਕੋਲੋਂ ਹੱਥਾਂ ਨਾਲ ਵੀ ਨਹੀਂ ਹੁੰਦੀ, ਤੇ ਤੁਸੀਂ ਬਹੁਤ ਸੋਹਣਾ ਕਰ ਲੈਂਦੇ ਹੋ। ਕਿਵੇਂ ਇਹ ਜਜ਼ਬਾ ਆਇਆ ਸੀਗਾ ਕਰਨ ਦਾ? ਜਦੋਂ ਪਹਿਲੀ ਵਾਰੀ ਕੀਤੀ ਸੀਗੀ ਟਾਈਮ ਲੱਗਾ ਸੀ ਉਦੋਂ ਬਣਾਉਣ ਲੱਗਿਆ? काफ़ी टाइम लगा था ये मतलब जैसे अभी भी मेरे थोड़े पैर काँप रहे हैं, तो ये सारी प्रैक्टिस से ही है। जितना हम प्रैक्टिस करते हैं उतना हमारा काम और अच्छा होता है। ਕਿੰਨੀਆਂ ਕੁ ਪੇਂਟਿੰਗਾਂ ਹੁਣ ਤੱਕ ਬਣਾ ਚੁੱਕੇ ਹੋ? काफ़ी पेंटिंग ਗਿਣਤੀ ਨਹੀਂ ਆ? कभी गिनती की नहीं, बस थोड़ा टाइम लगता है लेकिन बन जाती है। ਇੱਥੇ ਤੁਹਾਨੂੰ ਰਹਿੰਦਿਆਂ ਨੂੰ ਕਿੰਨੇ ਸਾਲ ਹੋ ਗਏ? मेरे को यहाँ से 96 में 97 में आया था यहाँ पर, तो तब से ही मैं यहाँ पर रह रहा हूँ। 24-25 ਸਾਲ ਤੁਹਾਨੂੰ ਜਿਹੜੇ ਇੱਥੇ ਹੋ ਗਏ ਨੇ। ਇਸ ਤੋਂ ਇਲਾਵਾ ਤੁਸੀਂ ਪਿਆਨੋ ਵੀ ਵਜਾਉਂਦੇ ਹੋ ਹੈ ਨਾ? ਉਹਦਾ ਵੀ ਸ਼ੌਂਕ ਸੀਗਾ? वो हमारे यहाँ पर काफ़ी पहले ना क्रिएटिविटी बहुत थी हमारे यहाँ पर। बच्चे थे तो उनके साथ हमारी म्यूज़िक क्लासेस लगती थी, पेंटिंग्स की वो आते थे यहाँ पर। एक मैडम थे, प्ले रूम के नाम से जानते थे वहाँ पर हमारी क्रिएटिविटी प्ले, कैरम बोर्ड, चेस, ये सब लोग हम खेलते थे। वो मैडम करवाते थे बच्चों से। अब ये लड़का है चिराग, इसको भी मतलब इसके ये बोल नहीं पाता और ये हाथ पैर इसके उतने काम नहीं करते, तो ऐसे से बच्चों के लिए क्रिएटिविटी करने के लिए वो मैडम काफ़ी मतलब कुछ एक्टिविटी देते रहते थे जिससे कि बच्चा एक्टिव रहे हर काम में। तो तब से ही फिर मैंने भी पेंटिंग्स डेली शाम को 1 घंटा हमने ड्राइंग करनी, कभी पजल्स सॉल्व करने, तो ऐसे क्रिएटिविटी करते रहते थे। ਸੁਨੀਲ ਦੀ ਕਲਾ ਹਰੇਕ ਦੇ ਲਈ ਇੱਕ ਮਿਸਾਲ ਹੈ। ਅਸੀਂ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਅਸੀਂ ਬਹਾਨੇ ਲੱਭਦੇ ਹਾਂ ਕਿ ਅਸੀਂ ਕੁਝ ਅਚੀਵ ਨਹੀਂ ਕਰ ਸਕਦੇ, ਅਸੀਂ ਆਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ, ਕਿਉਂਕਿ ਸਾਡੇ ਕੋਲੋਂ ਪੈਸਾ ਨਹੀਂ ਆ, ਜਾਂ ਅਸੀਂ ਕੋਈ ਹੋਰ ਬਹਾਨਾ ਬਣਾ ਲੈਂਦੇ ਕਿ ਸਾਡੇ ਕੋਲ ਚੀਜ਼ਾਂ ਪੂਰੀਆਂ ਨਹੀਂ ਆ ਤਾਂ ਅਸੀਂ ਇਹ ਕੰਮ ਨਹੀਂ ਕਰ ਸਕਦੇ। ਪਰ ਜੇਕਰ ਸੁਨੀਲ ਵੱਲ ਦੇਖੀਏ ਤਾਂ ਫਿਰ ਜਜ਼ਬਾ ਇਹ ਆਉਂਦਾ ਹੈ ਕਿ ਤੁਹਾਡੇ ਕੋਲ ਸਿਰਫ ਜਿਹੜਾ ਹੌਸਲਾ ਹੋਣਾ ਚਾਹੀਦਾ ਹੈ, ਮਿਹਨਤ ਕਰਨ ਦਾ ਗੁਣ ਹੋਣਾ ਚਾਹੀਦਾ ਹੈ, ਤਾਂ ਤੁਸੀਂ ਸਭ ਕੁਝ ਕਰ ਸਕਦੇ ਹੋ। ਸੁਨੀਲ ਬਹੁਤ ਸਾਰੀਆਂ ਚੀਜ਼ਾਂ ਇਹ ਕਰਦੇ ਨੇ। ਪਰਮਾਤਮਾ ਨੇ ਭਾਵੇਂ ਥੋੜ ਰੱਖੀ, ਪਰ ਇਹਨਾਂ ਦੇ ਵਿੱਚ ਜਿਹੜੀ ਕਲਾ ਆ ਉਹ ਕੁੱਟ ਕੇ ਭਰੀ ਹੋਈ ਆ। ਸੁਨੀਲ, ਜ਼ਿੰਦਗੀ ਤੋਂ ਕੁਛ ਹੋਰ ਚਾਹੁੰਦੇ ਹੋ ਹੁਣ? ਕਦੀ ਦਿਲ 'ਚ ਇੱਛਾ ਹੁੰਦੀ ਹੈ ਕਿ ਆਹ ਚੀਜ਼ ਮੇਰੀ ਕਰਨੀ ਰਹਿ ਗਈ ਆ ਹੋਰ? मैंने है मेरा एक वो है कि दुनिया मेरे को एक पेंटिंग के रूप से, पेंटिंग के नाम से आर्टिस्ट के नाम से जानना है मेरे को। ਅੱਛਾ, ਜੋਬ ਵੀ ਕਰਦੇ ਹੋ, ਤੇ ਕਿੰਨੇ ਤੋਂ ਕਿੰਨੇ ਟਾਈਮ ਜੋਬ ਹੁੰਦੀ ਆ, ਤੇ ਹਫਤੇ 'ਚ ਕਿੰਨੇ ਦਿਨ ਵਰਕਿੰਗ ਹੁੰਦਾ? मेरा मंडे टू फ्राइडे होता है और बाकी गवर्नमेंट हॉलीडेज़ तो छुट्टी होती है, और टाइमिंग वही है 9 बजे से लेके 5 बजे तक की टाइमिंग। ਆਫਿਸ ਵਾਲੇ ਕੋਆਪਰੇਟ ਕਰਦੇ ਪੂਰਾ? बिल्कुल फुल सपोर्ट करते हैं। हाँ जी। ਉੱਥੇ ਹੀ ਕਰ ਰਹੇ ਹੋ ਜਦੋਂ ਦੀ ਜੋਬ ਕਰਨੀ ਸਟਾਰਟ ਕੀਤੀ ਆ? क्या जी? ਜੋਬ ਉੱਥੇ ਹੀ ਕਰ ਰਹੇ ਹੋ ਸਟਾਰਟਿੰਗ ਤੋਂ? हाँ जी, मैं अभी पिछले 1.5-2 साल से मैं जॉब पे लगा हूँ, तब से ही मैं वहीं लगा हूँ। उससे पहले मैं पेंटिंग करता था। कभी जैसे बताया था मैंने, इधर एग्जीबिशंस हो गए और बाहर का टूर लगा रहता था, तो ऐसे। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਆਪਣਾ ਕੀਮਤੀ ਟਾਈਮ ਦਿੱਤਾ, ਤੇ ਤੁਹਾਡੇ ਹੌਸਲੇ ਨੂੰ ਸਾਡੀ ਸਲਾਮ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹਮੇਸ਼ਾ ਇਸੇ ਤਰੀਕੇ ਦੇ ਨਾਲ ਤੁਹਾਡਾ ਜਜ਼ਬਾ ਕਾਇਮ ਰਹੇ, ਤੇ ਜੋ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਉਹ ਅਚੀਵ ਕਰਦੇ ਰਹੋ, ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। थैंक यू मैम, थैंक यू सो मच। ਸੋ ਜੀ, ਇਹ ਸਾਡੇ ਨਾਲ ਸੁਨੀਲ ਸੀ, ਜਿਨ੍ਹਾਂ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਦੇ ਅੰਦਰ ਜਜ਼ਬਾ ਭਰਿਆ ਹੋਊਗਾ, ਤੇ ਉਹ ਮੋਟੀਵੇਸ਼ਨ ਆਈ ਹੋਊਗੀ ਕਿਸੇ ਨਾ ਕਿਸੇ ਕੰਮ ਨੂੰ ਲੈ ਕੇ ਕਰਨ ਦੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਦੇਖਦੇ ਰਹੋ ਅਦੀਪ TV। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।